with such a dulcet note was real enough to get me going for a second. Thank you, Sagar. Are the youngest peace messengers who carried the message of brotherhood and love across the border and overwhelmed and warmed the hearts of the citizens of Lahore and Islamabad, unquote. This is what a true Springralian always stands for. And with these words, I would like to thank all of you, whoever has been able to make this show and this evening a great success. And I hope you enjoy it. Thank you very much. A medal in hand, an applause round is just not it for them. They flood with joy only to see pride in their parents' eyes. And I'm sure all the parents around here must be proud of their children and will surely pat their backs. The Springdalians have not only excelled in academics, but also slipped effortlessly well into their roles, bringing magnetic performance, which will surely warm the cockles of your heart. Let's all delve deep into the ocean of purity and sanctity and experience the ecstasy of Amritsar, Sifti Dakar. ਰਚਨਾ ਦੇ ਸਮੇਂ ਉਸ ਅਲੌਕਿਕ ਸ਼ਕਤੀ ਨੇ ਇਸ ਸੰਸਾਰ ਦੇ ਹਰ ਇੱਕ ਪ੍ਰਾਣੀ ਅਤੇ ਜੀਵ ਨੂੰ ਸਮੇਂ ਦੇ ਕਾਲ ਚੱਕਰ ਵਿੱਚ ਬੰਨ੍ਹ ਦਿੱਤਾ। ਸਮੇਂ ਦੀ ਇੱਛਾ ਅਨੁਸਾਰ ਹੀ ਕੁਦਰਤ ਅਤੇ ਮਨੁੱਖੀ ਜੀਵਨ ਵਿੱਚ ਪਰਿਵਰਤਨ ਆਉਂਦਾ ਗਿਆ। ਇਹ ਪਰਿਵਰਤਨ ਅਸੀਂ ਪਲ ਪਲ ਰੰਗ ਰੂਪ ਬਦਲਦੇ ਜੀਵਨ ਰੌਂ ਵਿੱਚ ਸਹਿਜੇ ਹੀ ਦੇਖ ਸਕਦੇ ਹਾਂ, ਅਨੁਭਵ ਕਰ ਸਕਦੇ ਹਾਂ। ਸਮੇਂ ਦੀ ਇੱਛਾ ਅਨੁਸਾਰ ਮੈਂ ਇੱਕ ਫੇਰੀ ਸਦੀਆਂ ਤੋਂ ਇਸ ਛੱਪੜੀ ਦੇ ਕੰਢੇ ਖੜੀ ਹਾਂ। ਮੇਰੀ ਸਾਂਝ ਮਨੁੱਖਤਾ ਦੇ ਦੁੱਖਾਂ ਤੇ ਸੁੱਖਾਂ ਨਾਲ ਬਹੁਤ ਡੂੰਘੀ ਹੈ। ਅਨੇਕਾਂ ਦੁੱਖਾਂ ਦੇ ਚੱਕਰ ਚਲੇ, ਮੁਸੀਬਤਾਂ ਦੀਆਂ ਹਨੇਰੀਆਂ ਆਈਆਂ, ਪਰ ਮੈਂ ਅਡੋਲ ਖੜੀ ਰਹੀ ਤੇ ਸਮੇਂ-ਸਮੇਂ ਇਹਨਾਂ ਦੁੱਖਾਂ ਦਾ ਨਿਵਾਰਨ ਕਰਦੀ ਰਹੀ। ਜਿਸ ਜਗ੍ਹਾ ਅੱਜ ਮੈਂ ਖੜੀ ਹਾਂ, ਕਦੇ ਮੇਰੇ ਸੰਗ ਇਸ ਸਥਾਨ ਮੇਰੇ ਨਾਲ ਮੇਰੇ ਬੇਸ਼ੁਮਾਰ ਭੈਣ ਭਰਾ ਰਹਿੰਦੇ।
इस छपड़ी के कंढे बैठ के यात्रू आराम करते ते कदे कदाए रब दे प्यारे इत्थे आ मिलते ते परमात्मा दे सिमरन विच जुड़ जाते। बैठ के नहीं होना। इसे पवित्र स्थान ते सतयुग विच सूरज वंशियां दे पहले राजा इशफाक जो सूरज देवता दे पोतरे मनु दे सपुत्र थोड़ा साइड पे हो गया। उन्हां लंबे समय तक राज किया। उन्होंने अपने राजकाल दौरान एक महान यज्ञ करवाया अते देवतियां पासों यह वर मंगिया कि कलयुग विच यह धरती एक महान तीरथ के नाम नाल जानी जावे। इसे कारण ही इस जगह का नाम इत्फाकसर भी पिया। राजा इशफाक तो पहला इत्थे राजा छुप ने भी लंबे समय तक राज किया। देवतियां ਅਤੇ ਰਾਖਸ਼ਾਂ ਨੇ ਸਮੁੰਦਰ ਦਾ ਮੰਥਨ ਕੀਤਾ ਤੇ ਉਹਨਾਂ ਨੂੰ 14 ਰਤਨਾਂ ਵਿੱਚੋਂ ਇੱਕ ਰਤਨ ਅੰਮ੍ਰਿਤ ਦੀ ਪ੍ਰਾਪਤੀ ਹੋਈ। ਉਹ ਦੋਵੇਂ ਹੀ ਇਸ ਅੰਮ੍ਰਿਤ ਨੂੰ ਪੀ ਕੇ ਅਮਰ ਹੋਣਾ ਚਾਹੁੰਦੇ ਸਨ। ਆਖਿਰ ਇਸ ਅੰਮ੍ਰਿਤ ਦੀ ਪ੍ਰਾਪਤੀ ਦੇਵਤਿਆਂ ਨੂੰ ਹੋਈ। ਜਦੋਂ ਰਾਖਸ਼ਾਂ ਨੂੰ ਰਾਜੇ ਬ੍ਰਿਗ ਦੇ ਪੁੱਤਰਾਂ ਦੁਆਰਾ ਦੇਵਤਿਆਂ ਦੀ ਸ਼ਕਤੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਇਹ ਅੰਮ੍ਰਿਤ ਕੁੰਡ ਰਾਵੀ ਤੇ ਬਿਆਸ ਵਿਚਕਾਰ ਇੱਕ ਥਾਂ ਤੇ ਲੁਕਾ ਦਿੱਤਾ। हर हर महादेव, हर हर महादेव, हर हर महादेव, हर हर महादेव। ਪ੍ਰਭੂ ਰਾਮ ਵੱਲੋਂ ਅਸ਼ਵਮੇਧ ਯੱਗ ਤੋਂ ਬਾਅਦ ਛੱਡਿਆ ਗਿਆ ਘੋੜਾ
ਮਹਾਰਿਸ਼ੀ ਵਾਲਮੀਕੀ ਦੇ ਆਸ਼ਰਮ ਵਿੱਚ ਪਲ ਰਹੇ ਸ਼੍ਰੀ ਰਾਮ ਦੇ ਪੁੱਤਰਾਂ ਲਵ ਤੇ ਕੁਸ਼ ਨੇ ਫੜ ਲਿਆ, ਜਿਸ ਕਾਰਨ ਲਵ ਤੇ ਕੁਸ਼ ਦਾ ਰਾਮ, ਲਕਸ਼ਮਣ, ਭਰਤ ਅਤੇ ਸ਼ਤਰੂਘਨ ਨਾਲ ਭਿਅੰਕਰ ਯੁੱਧ ਹੋਇਆ। ਇਸ ਯੁੱਧ ਵਿੱਚ ਦੋਨਾਂ ਰਾਜਕੁਮਾਰਾਂ ਨੇ ਸਾਰੀ ਸੈਨਾ ਨੂੰ ਬੇਹੋਸ਼ ਕਰ ਦਿੱਤਾ। ਜਦੋਂ ਲਵ ਕੁਸ਼ ਨੂੰ ਸ਼੍ਰੀ ਰਾਮ ਦੇ ਪਹੁੰਚਣ ਅਤੇ ਮਹਾਰਿਸ਼ੀ ਵਾਲਮੀਕੀ ਵੱਲੋਂ ਸੱਚਾਈ ਪਤਾ ਲੱਗੀ ਤਾਂ ਉਹਨਾਂ ਨੇ ਅੰਮ੍ਰਿਤ ਲਿਆ ਕੇ ਸਭ ਨੂੰ ਸੁਰਜੀਤ ਕੀਤਾ। ਪ੍ਰਭੂ ਰਾਮ ਦੇ ਚਰਨ ਪੈਣ ਕਾਰਨ ਹੀ ਅੰਮ੍ਰਿਤਸਰ ਅੱਜ ਵੀ ਰਾਮ ਤੀਰਥ ਹੈ। ਕਲਯੁਗ ਵਿੱਚ ਅੰਮ੍ਰਿਤ ਸਰੋਵਰ ਦੀ ਮਹਿਮਾ ਨੂੰ ਗੁਰੂ ਸਾਹਿਬਾਨ ਨੇ ਉਜਾਗਰ ਕੀਤਾ। ਸੰਨ 1502 ਈਸਵੀ ਵਿੱਚ ਇਸ ਪਵਿੱਤਰ ਧਰਤੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਹੋਈ। ਉਸ ਸਮੇਂ ਭਾਈ ਤਾਰਾ ਆਪਣੇ ਘਰੋਂ ਕੜਾਹ ਪ੍ਰਸ਼ਾਦ ਬਣਾ ਲਿਆ। ਭਾਈ ਮਰਦਾਨੇ ਨੇ ਕੜਾਹ ਪ੍ਰਸ਼ਾਦ ਛਕ ਕੇ ਖੁਸ਼ੀ ਨਾਲ ਇਹ ਕਿਹਾ, ਇਹ ਤਾਂ ਅੰਮ੍ਰਿਤ ਰੂਪੀ रूहानी भोजन है। इससे गुरु जी खुश हो गए ते ये उचारिया, इत्थे सदा ऐसा ही अमृत बढ़ता रहेगा। युगां युगां तक ਇਹ ਅੰਮ੍ਰਿਤ ਇੱਥੇ ਹੀ ਦੱਬਿਆ ਰਿਹਾ ਤੇ ਮੈਂ ਇਸ ਅੰਮ੍ਰਿਤ ਸਰੋਵਰ ਦੇ ਕੰਢੇ ਫਲਦੀ ਫੁੱਲਦੀ ਰਹੀ। ਕਿਸੇ ਨੂੰ ਪਤਾ ਹੀ ਨਾ ਲੱਗਿਆ ਕਿ ਇੱਥੇ ਕੁਦਰਤ ਦਾ ਕਿੰਨਾ ਵੱਡਾ ਖਜ਼ਾਨਾ ਦੱਬਿਆ ਪਿਆ ਹੈ। ਫਿਰ ਇੱਕ ਚਮਤਕਾਰੀ ਕਰਿਸ਼ਮਾ ਹੋਇਆ ਜਿਸ ਦੇ ਆਲੇ ਦੁਆਲੇ ਦੇ ਸਭ ਲੋਕਾਂ ਨੂੰ ਪਤਾ ਚੱਲ ਗਿਆ ਕਿ ਇਹ ਇੱਕ ਚਮਤਕਾਰੀ ਸਰੋਵਰ ਹੈ।
पति दे दीवान राजा दूनी चंद दी बेटी रजनी दे पति दे कोल नूं पंज के मेरा नाम तो पंजनी बेड़ी पै गया। इस स्थान नाल संबंधित एक बहुत ही पुरानी कथा है। पति दा दीवान राजा दूनी चंद रब ते बहुत विश्वास करता सी। ਉਹਦੀਆਂ 6 ਧੀਆਂ ਸਨ। 7ਵੀਂ ਵਾਰ ਜਦੋਂ ਰਾਣੀ ਫਿਰ ਤੋਂ ਮਾਂ ਬਣਨ ਵਾਲੀ ਸੀ ਤਾਂ ਰਾਜੇ ਨੇ ਪੁੱਤਰ ਪ੍ਰਾਪਤੀ ਲਈ ਬਹੁਤ ਪੂਜਾ ਕੀਤੀ। महाराज रानी माँ ने को फिर एक बेटी ने जन्म लिया कि फिर बेटी मेरा भगवान तो विश्वास उठ गया है। आज तो बाद मेरे राज विच कोई भी भगवान की पूजा नहीं करेगा। जाओ ऐलान कर दियो। लक्ष्मी, पार्वती, शीला, सीता, कमला, रजनी किथे है? पता नहीं किथे चली गई है। कमला, रजनी किथे है? पता नहीं। रजनी, रजनी, देखो, देखो, रजनी पूजा कर रही है। पर पिताजी दे राज विच पूजा हुक्मन बंद है। रजनी किथे है? तू इथे किसकी पूजा कर रही है? पिताजी, भगवान दी। तेनू नहीं पता कि मेरे राज विच पूजा करनी मना है? कोई रब नू नहीं मनेगा ते पूजा नहीं करेगा। इस राज विच मैं ही सब दा अंदाता हां अते तेनू मेरी ही पूजा करनी पवेगी। नहीं पिताजी, साडे अंदाता तो भगवान हन। की तेरे अंदाता ओ भगवान हन? तू मेरी गल ना मन के उस भगवान की पूजा कर रही है। तेनू इसकी सजा जरूर मिलेगी। मैं तेरा ब्याह एक राजकुमार दी था एक पिंगले नाल करवावांगा। रजनी का ब्याह एक पिंगले नाल करवा दिता। रजनी अपने पति को लेके पिंड पिंड फिरती। पंचन तेरा नाम जी, दुख पंचन तेरा नाम, दुख पंचन तेरा नाम जी, दुख पंचन तेरा नाम, दुख पंचन तेरा नाम। आठ पहर आराधिए पूरन
ਹਾਂ ਇੱਥੇ ਤਾਲਾਬ ਦੇ ਨੇੜੇ ਇਸ ਰੁੱਖ ਥੱਲੇ ਚੰਗੀ ਛਾਂ ਹੈ। ਮੈਂ ਤੁਹਾਨੂੰ ਇੱਥੇ ਛੱਡ ਕੇ ਕੁਝ ਖਾਣ ਲਈ ਲਿਆਉਣੀ ਆ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਦੁੱਖ ਭੰਜਨ ਤੇਰਾ ਨਾਮ। वाह, ये तो चमत्कार है। क्यों ना मैं भी इस छप्पड़ में टुप्पी मार के देखा।